जो हैगा जी दूसरा एंग्लो सिख युद्ध जिहड़ा कि 1848 ते 1849 ਦੇ ਵਿੱਚ ਹੋਇਆ ਸੀ। उस समय जिहड़ा गवर्नर जनरल रहा सीगा वो सीगा जी लॉर्ड हार्डिंग पहला सॉरी दूसरे एंग्लो सिख युद्ध ਦੇ ਵਿੱਚ ਜਿਹੜਾ ਆਪਣਾ ਸੀਗਾ लॉर्ड डलहौजी ਸੀਗਾ जी, क्योंकि लॉर्ड हार्डिंग का ਜਿਹੜਾ ਪਹਿਲਾ ਉਹ ਆਪਣੇ ਕੋਲੇ फर्स्ट एंग्लो सिख युद्ध ਦੇ ਵਿੱਚ ਸੀਗਾ लॉर्ड डलहौजी। ठीक है। ਤੇ ਮਹਾਰਾਜਾ ਦਲੀਪ ਸਿੰਘ, ਦੇਖੋ ਮਹਾਰਾਜਾ ਦਲੀਪ ਸਿੰਘ ਫਸਟ ਐਂਗਲੋ ਸਿੱਖ ਵਾਰ ਸਮੇਂ ਤੇ ਸੈਕੰਡ ਐਂਗਲੋ ਸਿੱਖ ਵਾਰ ਸਮੇਂ ਉਹੀ ਰਹੂਗਾ ਜੀ। ठीक है। ਤੇ ਪਰ ਜਿਹੜਾ ਆ ਪੋਰਸ਼ਨ ਹੈ ਜੀ ਇੱਥੇ ਲਾਰਡ ਹਾਰਡਿੰਗ ਹੈ ਜਿਹੜਾ ਇਹ ਬਦਲ ਜੂਗਾ ਜੀ। ਇੱਥੇ ਲਾਰਡ ਹਾਰਡਿੰਗ ਦਾ ਸਮਾਂ ਸੀਗਾ ਲਾਰਡ ਹਾਰਡਿੰਗ ਪਹਿਲਾ ਤੇ ਇੱਥੇ ਲਾਰਡ ਡਲਹੌਜੀ। ਠੀਕ ਹੈ। ਤਾਂ ਮਹਾਰਾਜਾ ਦਲੀਪ ਸਿੰਘ ਦੋਨਾਂ ਵਾਰੀ ਸੇਮ ਰਹੂਗਾ। ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ 5 ਲੜਾਈਆਂ ਹੋਈਆਂ ਸੀਗੀਆਂ ਜਿਹੜੀਆਂ ਅਸੀਂ ਪੜ੍ਹ ਚੁੱਕੇ ਹਾਂ। ठीक है। इनू एंड ऑफ द सैशन असी मतलब रिवाइज करांगे। सैकंड एंग्लो सिख युद्ध दे विच 4 लड़ाइयां हुई। पहला मैं तुहानूं लड़ाइयां बारे दसदा भी लड़ाइयां है किहड़ियां फिर आपां उन्हां बारे थोड़ा थोड़ा डिस्कस करांगे। ठीक है। जिहड़ी इहदी पहली लड़ाई हुंदी है जी वो हुंदी है जी रामनगर दी लड़ाई। तुसीं की करना है, तुसीं कोई भी क्वेश्चन इन्हां दा स्टडी करना। ठीक है। इन्हां दे विचों काफ़ी सारे क्वेश्चन बन जांदे हैं ਤੇ ਤੁਸੀਂ ਇਹਨਾਂ ਦਾ ਕੀ ਕਰ ਸਕਦੇ ਹੋ, ਪਹਿਲੀ ਤੇ ਲਾਸਟ ਵਾਲੀ ਇਹ ਚੀਜ਼ ਤੁਹਾਨੂੰ ਹਰੇਕ ਨੂੰ ਪਤਾ ਹੋਣੀ ਚਾਹੀਦੀ ਹੈ ਜੀ। ਠੀਕ ਹੈ। ਜਿਵੇਂ ਇਹਦੇ ਪਹਿਲੇ ਐਂਗਲੋ ਸਿੱਖ ਯੁੱਧ ਦੀ ਸਾਨੂੰ ਪਤਾ ਪਹਿਲੀ ਕਿਹੜੀ ਸੀ, ਦੂਸਰੀ, ਤੀਸਰੀ, ਪਹਿਲੀ ਤੇ ਲਾਸਟ ਕਿਸੇ ਦਾ ਨਹੀਂ ਛੱਡਣਾ ਤੁਸੀਂ ਹਿਸਟਰੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਕੁਐਸਚਨ ਨਾ ਫਸਟ ਤੇ ਲਾਸਟ ਦੇ ਕਨਸੈਪਟ ਦੇ ਉੱਪਰ ਬਣਦੇ ਹੁੰਦੇ। ਓਕੇ ਠੀਕ ਹੈ ਜੀ। ਸੈਕਿੰਡ ਜਿਹੜੀ ਹੋਈ ਸੀ ਉਹ ਹੋਈ ਸੀਗੀ ਚਿਲਿਆਂਵਾਲਾ। ਚਿਲਿਆਂਵਾਲਾ ਦੀ ਲੜਾਈ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀਆਂ ਚਾਹੀਦੀਆਂ, ਆਪਾਂ ਯਾਦ ਕਰਾਵਾਂਗੇ ਹੁਣੇ ਤੁਹਾਨੂੰ। ਠੀਕ ਹੈ। ਤੁਹਾਨੂੰ ਕਨਸੈਪਟ ਦੱਸ ਦਾਂਗੇ ਕਿਵੇਂ ਯਾਦ ਰੱਖਣੀ ਹੈ ਇਹ। ਉਸ ਤੋਂ ਬਾਅਦ ਹੋਈ ਸੀਗੀ ਜੀ ਮੁਲਤਾਨ ਦੀ ਲੜਾਈ। फिर जी आखिरी हुंदी है जी वो सीगी गुजरात दी लड़ाई। कईयां कोले नोट्स नहीं होणगे जी अपने। ठीक है। तो जिहड़ी चीज़ इत्थे लिखी हुंदी है दस दिया करो साफ आ जाए किवें आ, तो तुसीं की कर सकते हो उहदा मान लो कह लो कि स्क्रीनशॉट भी लै सकते हो। ठीक है। जिहड़ी अपने कोले पहली हुई है रामनगर दी लड़ाई 22 नवंबर 1800 ते 48 ਨੂੰ ਹੁੰਦੀ ਹੈ। ਠੀਕ ਹੈ। ਇਹਦੇ ਵਿੱਚ ਅਸੀਂ ਕੱਲ ਪੜਿਆ ਸੀ ਨਾ ਵੀ ਪਹਿਲੀਆਂ ਦੋ ਲੜਾਈਆਂ ਕਿਹੜੇ ਵੀ ਟਾਈਮ ਪੀਰੀਅਡ ਦੇ ਵਿੱਚ ਹੁੰਦੀਆਂ 1845 ਦੇ ਵਿੱਚ ਹੋਈਆਂ ਸੀ। ਇਹ 1845 ਦੇ ਵਿੱਚ ਹੋਈਆਂ ਸੀ। ਹਾਂਜੀ। ਤੇ ਇਹ ਹੋਈਆਂ ਸੀਗੀਆਂ 1800 ਤੇ ਇਹ ਦੋਨੋਂ 1846 ਦੇ ਵਿੱਚ ਹੋਈਆਂ ਸੀਗੀਆਂ। ਤਾਂ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਨੈਕਸਟ ਹੁੰਦੀ ਹੈ ਚਿਲਿਆਂਵਾਲੀ ਦੀ ਉਹ ਹੁੰਦੀ ਹੈ 13 जनवरी 1849। ਤਾਂ ਇਸ ਸੈਕੰਡ ਐਂਗਲੋ ਸਿੱਖ ਯੁੱਧ ਦੇ ਵਿੱਚ ਪਹਿਲੀ ਲੜਾਈ ਹੈ ਜਿਹੜੀ 1848 ਚ ਹੋਊਗੀ। ਬਾਕੀ ਜਿਹੜੀਆਂ ਤਿੰਨ 1849 ਦੇ ਵਿੱਚ ਹੀ ਹੋਣਗੀਆਂ। ਠੀਕ ਹੈ। ਪਹਿਲੀ ਹੈਗੀ ਰਾਮਨਗਰ ਦੀ 22 ਨੂੰ, ਉਸ ਤੋਂ ਬਾਅਦ ਹੈਗੀ ਚਿਲਿਆਂਵਾਲਾ ਦੀ 13 जनवरी 1800। ਉਸ ਤੋਂ ਬਾਅਦ ਅਗਲੀ ਜਿਹੜੀ ਮੁਲਤਾਨ ਦੀ ਇੱਥੇ ਨਾ 48 ਦਾ ਪੀਰੀਅਡ ਦਿੱਤਾ ਜਾਂਦਾ ਹੈ ਕਈ ਵਾਰੀ, पर ये 48 इस तो पहला सीगा तां करके इहनूं 48 ਦੇ ਪੀਰੀਅਡ ਦੇ ਵਿੱਚ ਗਿਣਿਆ ਜਾਂਦਾ। ਤੇ ਗੁਜਰਾਤ ਦੀ ਲੜਾਈ ਹੈ ਜਿਹੜੀ ਉਹ ਹੁੰਦੀ ਹੈ ਜੀ 21 फरवरी 1849। ਆ ਇੰਪੋਰਟੈਂਟ ਆ ਤੁਹਾਡੇ ਲਈ। ਇੱਕ ਆ ਇੰਪੋਰਟੈਂਟ ਹੈ ਜੀ, ਇੱਕ ਆ ਤੇ ਇੱਕ ਆ ਇੰਪੋਰਟੈਂਟ ਹੈ। ਇਧਰੋਂ ਤੁਹਾਡੇ ਲਈ ਫਰਸਟ ਇੰਪੋਰਟੈਂਟ ਹੈ, ਇਧਰੋਂ ਹੈਗੀ ਹੈ ਤੁਹਾਡੇ ਕੋਲ ਫਿਫਥ ਇੰਪੋਰਟੈਂਟ ਹੈ। ਓਕੇ। ਹੁਣ ਰਾਮਨਗਰ ਦੀ ਲੜਾਈ ਹੈ ਜਿਹੜੀ ਰਾਮਨਗਰ ਦੀ ਲੜਾਈ ਦੇ ਵਿੱਚ ਵੀ ਕੀ ਹੋਇਆ ਸੀਗਾ ਜੀ ਲਾਰਡ ਹਿਊਜ਼ਗਫ ਸੀਗਾ ਤੇ ਦੂਸਰੇ ਪਾਸਿਓਂ ਜਿਹੜਾ ਸੀਗਾ ਕਹਿ ਲਓ ਵੀ ਸੈਨਾ ਸਿੱਖਾਂ ਦੀ ਸੈਨਾ ਸੀਗੀ ਲਾਰਡ ਹਿਊਜ਼ਗਫ। ਇੱਕ ਚੀਜ਼ ਤੁਹਾਨੂੰ ਕੱਲ ਵੀ ਦੱਸੀ ਸੀਗੀ ਜੀ ਕਿ ਹਾਂਜੀ ਜਿਹੜਾ ਸਦੂਲਾਪੁਰ ਦੀ ਹੈ ਨਾ ਉਹ ਇਹਦੇ ਚ ਲਿਖੀ ਜ਼ਰੂਰ ਜਾਂਦੀ ਹੈ ਪਰ ਮੇਨ ਇਹ 4 ਮੰਨੀਆਂ ਜਾਂਦੀਆਂ ਨੇ। ठीक है। वैसे तो अपने को ਜਿਹੜੀਆਂ ਅਸੀਂ ਕੱਲ ਆ 5 ਸੌਰੀ ਪੜੀਆਂ ਸੀ, ਇਸ ਤੋਂ ਪਹਿਲਾਂ ਇੱਕ ਦੋ ਲੜਾਈਆਂ ਹੋਰ ਵੀ ਸੀ ਪਰ ਗਿਣੀਆਂ ਆਹੀ ਜਾਂਦੀਆਂ 5 ਆ ਤੇ 4 ਲੜਾਈਆਂ ਸਾਡੇ ਕੋਲੇ ਆ ਰਹੀਆਂ ਹੈਗੀਆਂ। ਠੀਕ ਹੈ। ਇਹਦੀ ਜਿਹੜੀ ਅਗਵਾਈ ਕੀਤੀ ਗਈ ਹੈ
ਲਾਰਡ ਹਿਊਜ਼ਗਾਫ ਅੰਗਰੇਜ਼ਾਂ ਵੱਲੋਂ ਤੇ ਸ਼ੇਰ ਸਿੰਘ ਸੀਗਾ ਜੀ ਇੱਥੇ ਸ਼ੇਰ ਸਿੰਘ ਸਿੱਖਾਂ ਵੱਲੋਂ। ਬਸ ਆਹ ਦੋ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ, ਠੀਕ ਹੈ। ਜਾਂ ਕਹ ਲਓ ਵੀ ਸਿੱਖ ਹੈ ਜਿਹੜੇ ਰਾਮ ਦਾ ਨਾਮ ਲੈ ਕੇ ਸ਼ੇਰਾਂ ਵਾਂਗੂ ਗਰਜ ਪਏ ਸੀਗੇ ਜੀ, ਠੀਕ ਹੈ। ਕਿਹੜੇ ਐਂਗਲੋ ਸਿੱਖ ਯੁੱਧ ਦੇ ਵਿੱਚ? ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ। ਓਕੇ, ਥੋੜੇ ਜਿਹੇ ਲੌਜਿਕ ਦੇ ਨਾਲ ਆਪਾਂ ਯਾਦ ਰੱਖ ਸਕਦੇ ਹਾਂ, ਠੀਕ ਹੈ। ਰਾਮਨਗਰ ਦੀ ਲੜਾਈ ਦੇ ਵਿੱਚ ਲਾਰਡ ਹਿਊਜ਼ਗਾਫ ਤੇ ਸ਼ੇਰ ਸਿੰਘ, ਇਹ ਸ਼ੇਰ ਸਿੰਘ ਹੀ ਚੱਲੂਗਾ ਜੀ ਅੱਗੇ ਜਾ ਕੇ ਵੀ। ਜਿਹੜੀ ਚਿਲਿਆਂਵਾਲੀ ਦੀ ਲੜਾਈ ਆ ਉਹਦੇ ਵਿੱਚ ਵੀ ਇਹ ਦੋਨੋਂ ਬੰਦੇ ਹੀ ਕੰਮ ਕਰਨਗੇ। ਇਹ ਸ਼ੇਰ ਸਿੰਘ ਇੱਥੇ ਹੋਊਗਾ ਚਿਲਿਆਂਵਾਲੀ ਦੇ ਵਿੱਚ, ਇੱਥੇ ਇਹ ਲਾਰਡ ਹਿਊਜ਼ਗਾਫ ਹੋਊਗਾ। ਤੁਹਾਨੂੰ ਇਹ ਚੀਜ਼ਾਂ ਨਹੀਂ ਪੁੱਛੀਆਂ ਜਾਂਦੀਆਂ ਉੱਥੇ ਕਿ ਉਹਦੇ ਵਿੱਚ ਕਿੰਨੇ ਕਿੰਨੇ। ਦੇਖੋ ਜਿਹੜੇ ਪਰਸਨ ਤੁਸੀਂ ਇੱਥੇ ਯਾਦ ਰੱਖਦੇ ਹੋ ਵੀ ਇੱਥੇ ਇੰਨੇ ਸਿੱਖ ਸੀ, ਇੱਥੇ ਇੰਨੇ ਅੰਗਰੇਜ਼ ਸੀ, ਸਾਰੀਆਂ ਲੜਾਈਆਂ ਦੇ ਵਿੱਚ ਅਲੱਗ-ਅਲੱਗ ਮਤਲਬ ਡਾਟਾ ਰਹਿ ਜਾਊਗਾ। ਉਸ ਡਾਟੇ ਦੇ ਨਾਲੋਂ ਜਿਹੜੇ ਕੁਐਸਚਨ ਬਣਦੇ ਆ ਉਹ ਇਹਨਾਂ ਦੇ ਫਸਟ ਤੇ ਲਾਸਟ ਦੇ ਉੱਪਰ ਬਣਦੇ ਆ ਜੀ, ਤੇ ਇੱਕ ਜਿਹੜੇ ਮੇਨ ਪਰਸਨ ਹੁੰਦੇ ਆ ਇਹ ਇਹਨਾਂ ਦੇ ਉੱਪਰ ਬਣਦੇ ਆ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ। ਤੁਹਾਡੇ ਮਾਈਂਡ 'ਚ ਇਦਾਂ ਨਾ ਹੋਵੇ ਵੀ ਆਹ ਨਹੀਂ ਹੋਇਆ ਜੀ, ਸਾਡਾ ਆਹ ਰਹਿ ਗਿਆ ਜੀ, ਅਸੀਂ ਆਹ ਨਹੀਂ ਪੜ੍ਹਿਆ, ਠੀਕ ਹੈ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੈ ਕੇ ਆਉਣੀ ਤੁਸੀਂ, ਕੋਈ ਵੀ ਹੈ ਫਿਰ ਵੀ ਤੁਹਾਨੂੰ ਅਸੀਂ ਮਤਲਬ ਦੇਵਾਂਗੇ ਕੁਐਸਚਨ ਬਣਾ ਕੇ ਥੋੜੀ। ਚਿਲਿਆਂਵਾਲੀ ਦੀ ਲੜਾਈ ਵੀ ਸ਼ੇਰ ਸਿੰਘ ਤੇ ਲਾਰਡ ਹਿਊਜ਼ਗਾਫ ਦੇ ਵਿਚਕਾਰ ਹੀ ਹੁੰਦੀ ਹੈ। ਆਹ ਥੋੜੀ ਜੀ ਹੋਰ ਇੰਪੋਰਟੈਂਟ ਰਹਿ ਜੂਗੀ ਜੀ, ਕਿਉਂ? ਮੁਲਤਾਨ ਦਾ ਇੱਕ ਦੀਵਾਨ ਆ ਜੀ, ਦੀਵਾਨ ਮੂਲ ਰਾਜ। ਇਹ ਜਿਹੜਾ ਦੀਵਾਨ ਮੂਲ ਰਾਜ ਹੈ ਜੀ, ਇਹ ਮੁਲਤਾਨ ਦਾ ਦੀਵਾਨ ਸੀਗਾ, ਠੀਕ ਹੈ ਜੀ। ਦੇਖੋ ਮੁਲਤਾਨ ਤੇ ਮੂਲ ਰਾਜ ਦੋਨੋਂ ਸੇਮ ਜਿਹਾ ਲੱਗਦਾ, ਅਸੀਂ ਯਾਦ ਰੱਖ ਸਕਦੇ ਇਹਨੂੰ। ਤੇ ਇੱਕ ਸੀਗਾ ਇੱਥੇ ਸ਼ੇਰ ਸਿੰਘ, ਉਹੀ ਸ਼ੇਰ ਸਿੰਘ ਹੈ। ਅੰਗਰੇਜ਼ਾਂ ਦੁਆਰਾ ਕੀ ਕੀਤਾ ਜਾਂਦਾ ਹੈ? ਅੰਗਰੇਜ਼ ਇਸ ਸ਼ੇਰ ਸਿੰਘ ਨੂੰ ਇਹਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਜੀ, ਠੀਕ ਹੈ। ਤਾਂ ਦੀਵਾਨ ਮੂਲ ਰਾਜ ਹੈ, ਇਸੇ ਕਰਕੇ ਕਹਿ ਲਓ ਵੀ ਅੰਗਰੇਜ਼ਾਂ ਦੇ ਵਿਰੁੱਧ ਹੋ ਜਾਂਦਾ ਜੀ। ਉਹ ਇੱਕ ਦੂਸਰੇ ਨੂੰ ਮਤਲਬ ਆਪਾਂ ਇਹ ਲੜਾਈਆਂ ਹਾਰ ਨਹੀਂ ਸਕਦੇ ਸੀ, ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ, ਕਿਉਂਕਿ ਇਹਨਾਂ ਨੂੰ ਹਰਾਉਣ ਦੇ ਲਈ ਬੰਦੇ ਇੱਥੇ ਵਿੱਚ ਹੀ ਬੈਠੇ ਹੁੰਦੇ ਆ, ਠੀਕ ਹੈ। ਜਿਵੇਂ ਗੱਦਾਰੀ ਕਰ ਜਾਂਦੇ ਆ ਤਾਂ ਉਹ ਬੰਦੇ ਇਹਦੇ ਵਿੱਚ ਹੀ ਸੀਗੇ, ਠੀਕ ਹੈ। ਜਿਹੜੀ ਮੁਲਤਾਨ ਦੀ ਲੜਾਈ ਹੈ ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਘਟਨਾ ਪਤਾ ਕੀ ਹੁੰਦੀ ਹੈ? ਜਿਹੜਾ ਵੀ ਗੋਲਾ ਬਾਰੂਦ ਇਹਨਾਂ ਦਾ ਹੁੰਦਾ ਜੀ ਸਿੱਖਾਂ ਦਾ, ਇਸ ਗੋਲਾ ਬਾਰੂਦ ਦੇ ਉੱਪਰ ਅੰਗਰੇਜ਼ਾਂ ਦਾ ਇੱਕ ਗੋਲਾ ਬਾਰੂਦ ਆ ਕੇ ਡਿੱਗ ਪੈਂਦਾ ਜੀ, ਜਿਹਦੇ ਨਾਲ ਉਹਨਾਂ ਦਾ ਸਾਰਾ ਇਹ ਚੀਜ਼ ਆ ਜਿਹੜੀ ਨਸ਼ਟ ਹੋ ਜਾਂਦੀ ਹੈ। ਜਦੋਂ ਇਹ ਨਸ਼ਟ ਹੋ ਜਾਂਦੀ ਹੈ ਤਾਂ ਇਹ ਪਰਸਨ ਹੈ ਜਿਹੜਾ ਅੰਗਰੇਜ਼ਾਂ ਅੱਗੇ ਆਪਣੇ ਗੋਡੇ ਆ ਜਿਹੜੇ ਟੇਕ ਦਿੰਦਾ ਜੀ, ਕਿਉਂਕਿ ਇਹਦੇ ਕੋਲੇ ਦੇਖੋ ਹਥਿਆਰ ਨਹੀਂ ਰਹੇ, ਗੋਲਾ ਬਾਰੂਦ ਨਹੀਂ ਰਿਹਾ, ਤਾਂ ਉਹ ਅੰਗਰੇਜ਼ਾਂ ਦਾ ਮੁਕਾਬਲਾ ਕਿਸ ਕਰਕੇ ਕਰੂਗਾ? ਇਹ ਪੁੱਛਿਆ ਜਾ ਸਕਦਾ ਹੈ ਕਿ ਗੋਲਾ ਬਾਰੂਦ ਕਿੱਥੇ ਫੜਦਾ ਹੈ ਜਾਂ ਕਿਹੜੀ ਲੜਾਈ ਦੇ ਵਿੱਚ ਹੈ? ਤਾਂ ਉਹ ਮੁਲਤਾਨ ਦੀ ਲੜਾਈ ਹੈ, ਠੀਕ ਹੈ। ਸਭ ਤੋਂ ਇੰਪੋਰਟੈਂਟ ਜਿਹੜੀ ਰਹੂਗੀ ਉਹ ਰਹੂਗੀ ਜੀ ਗੁਜਰਾਤ ਦੀ ਲੜਾਈ। ਗੁਜਰਾਤ ਦੀ ਲੜਾਈ ਕੀ ਹੈ? ਇਹਨੂੰ ਤੋਪਾਂ ਤੇ ਬੰਦੂਕਾਂ ਦੀ ਲੜਾਈ, ਆਹੀ ਕੁਐਸਚਨ ਪਿਆ ਹੁੰਦਾ ਕਈ ਵਾਰੀ ਐਗਜ਼ਾਮ ਦੇ ਵਿੱਚ। ਇਹਨੂੰ ਤੋਪਾਂ ਦੀ ਲੜਾਈ ਕਿਹਾ ਜਾਂਦਾ ਜੀ, ਠੀਕ ਹੈ, ਜਾਂ ਬੰਦੂਕਾਂ ਦੀ ਲੜਾਈ ਕਹਿੰਦੇ ਆ ਜੀ, ਬੰਦੂਕਾਂ ਦੀ ਲੜਾਈ। ਤੇ ਇੰਗਲਿਸ਼ ਦੇ ਵਿੱਚ ਇਹਨੂੰ ਬੋਲਿਆ ਜਾਂਦਾ ਹੈ ਬੈਟਲ ਆਫ ਗਨਸ, ਬੈਟਲ ਆਫ ਗਨਸ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਜੀ? ਕਿਉਂਕਿ ਇਸ ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਗੋਲਾ ਬਾਰੂਦ ਸਿੱਖਾਂ ਤੇ ਅੰਗਰੇਜ਼ਾਂ ਦੁਆਰਾ ਵਰਤਿਆ ਗਿਆ ਜੀ, ਸਭ ਤੋਂ ਜ਼ਿਆਦਾ ਵਰਤਿਆ ਗਿਆ, ਇਸੇ ਕਰਕੇ ਇਹਨੂੰ ਇਹ ਕਿਹਾ ਜਾਂਦਾ ਜੀ। ਤੇ ਇਸ ਲੜਾਈ ਦੇ ਵਿੱਚ ਕੀ ਸੀਗਾ ਜੀ? ਜੇ ਉਹ ਪਰਸਨ ਦਾ ਨਾਮ ਯਾਦ ਰੱਖਣਾ ਤਾਂ ਇਸ ਜਿਹੜਾ ਗੁਜਰਾਤ ਦੀ ਲੜਾਈ, ਇੱਕ ਤਾਂ ਚਤਰ ਸਿੰਘ ਯਾਦ ਰੱਖ ਸਕਦੇ ਹੋ, ਇੱਕ ਚਤਰ ਸਿੰਘ ਯਾਦ ਰੱਖ ਲਓ, ਤੇ ਇੱਕ ਰੱਖ ਲਓ ਜੀ ਮਹਾਰਾਜ ਭਾਈ ਮਹਾਰਾਜ ਸਿੰਘ। ਆਹ ਦੋ ਪਰਸਨ ਇੱਥੇ ਯਾਦ ਰੱਖ ਲਓ, ਠੀਕ ਹੈ ਜੀ। ਤੇ ਮੁਲਤਾਨ ਦੀ ਲੜਾਈ ਦੇ ਵਿੱਚ ਮੂਲ ਰਾਜ ਯਾਦ ਰੱਖ ਲਓ, ਚਿਲਿਆਂਵਾਲੀ ਦੀ ਲੜਾਈ ਦੇ ਵਿੱਚ ਸ਼ੇਰ ਸਿੰਘ, ਰਾਮਨਗਰ ਦੀ ਲੜਾਈ ਦੇ ਵਿੱਚ ਵੀ ਸ਼ੇਰ ਸਿੰਘ, ਤੇ ਇੱਥੇ ਹੀ ਲਾਰਡ ਹਿਊਜ਼ਗਾਫ ਪਹਿਲੀ ਤੇ ਦੂਸਰੀ ਦੋਨੋਂ ਲੜਾਈਆਂ ਦੇ ਵਿੱਚ ਆਊਗਾ, ਠੀਕ ਹੈ। ਇਹ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ, ਓਕੇ। ਜਿਹੜੀ ਗੁਜਰਾਤ ਦੀ ਲੜਾਈ ਹੈ ਉਹਦੀ ਡੇਟ ਆਪਾਂ 21 ਫਰਵਰੀ 1849 ਲਿਖੀ ਹੋਈ ਹੈ, ਠੀਕ ਹੈ। ਤੇ ਇਹਦੀ ਜਿਹੜੀ ਆਹ ਡੇਟ ਹੈ ਇਹਨੂੰ 22 ਜਨਵਰੀ 1849, ਆਹ 3/1849 ਦੇ ਪੀਰੀਅਡ ਦੇ ਵਿੱਚ ਯਾਦ ਰੱਖਿਓ। ਆਹ ਕੱਲੀ ਹੈਗੀ 1848 ਦੇ ਵਿੱਚ ਹੋਊਗੀ, ਓਕੇ। ਇੱਕ ਮਿੰਟ, ਇੱਕੀ ਫਰਵਰੀ 1849 ਇਹ ਗੁਜਰਾਤ ਦੀ ਲੜਾਈ ਸੀ। ਇਸ ਲੜਾਈ ਦੇ ਵਿੱਚ ਹਿਊਜ਼ਗਾਫ ਵੱਲੋਂ ਅੰਗਰੇਜ਼ਾਂ ਦੀ ਅਗਵਾਈ ਹੋ ਗਈ,
ਚਤਰ ਸਿੰਘ ਤੇ ਹਜ਼ਾਰ ਮਹਾਰਾਜ ਸਿੰਘ ਦੁਆਰਾ ਸਿੱਖਾਂ ਦੀ ਹੋ ਗਈ। ਬੈਟਲ ਆਫ ਗਨਸ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਲੜਾਈ ਤੋਂ ਬਾਅਦ ਸਿੱਖਾਂ ਦਾ ਨਿਸ਼ਸਤਰੀਕਰਨ ਕੀਤਾ ਗਿਆ ਜੀ 14 ਮਾਰਚ। ਡੇਟ ਯਾਦ ਰਹੇਗੀ ਤਾਂ ਕਰ ਲਿਓ, ਨਹੀਂ ਤਾਂ ਕੋਈ ਇੰਪੋਰਟੈਂਟ ਨਹੀਂ ਹੈਗਾ, ਵੈਸੇ ਦੱਸ ਦੇਣਾ ਤੁਹਾਨੂੰ। ਨਿਸ਼ਸਤਰੀਕਰਨ ਸਿੱਖਾਂ ਦਾ ਮਤਲਬ ਨਿਸ਼ਸਤਰੀਕਰਨ ਕਰ ਦਿੱਤਾ ਗਿਆ ਜੀ ਸਿੱਖਾਂ ਦਾ, ਠੀਕ ਹੈ, ਅੰਗਰੇਜ਼ਾਂ ਨੇ। ਕਿਉਂ? ਕਿਉਂਕਿ ਕਹਿਣ ਦਾ ਮਤਲਬ ਹਥਿਆਰ ਰੱਖਣੇ ਘੱਟ ਕਰਤੇ ਸੀਗੇ ਅੰਗਰੇਜ਼ਾਂ ਨੇ ਇਸ ਤਰੀਕ ਨੂੰ। ਇਹ ਕਿਹੜੀ ਚੀਜ਼ ਤੋਂ ਬਾਅਦ ਹੁੰਦਾ ਜੀ? ਇਹ ਸੈਕੰਡ ਐਂਗਲੋ ਸਿੱਖ ਯੁੱਧ ਤੋਂ ਬਾਅਦ ਹੁੰਦੀ ਹੈ ਘਟਨਾ ਸਾਰੀ। ਤਾਂ ਫਿਰ ਕੀ ਆ, ਪੰਜਾਬ ਨੂੰ ਚਲਾਉਣ ਦੇ ਲਈ ਇੱਕ 3 ਕਮਿਸ਼ਨਰ ਬਣਾਇਆ ਜਾਂਦਾ, ਇੱਕ ਕਮਿਸ਼ਨਰ ਬਣਦਾ ਜੀ, ਠੀਕ ਹੈ। ਤਾਂ ਜਿਹੜਾ ਇਹ ਕਮਿਸ਼ਨਰ ਬਣਾਇਆ ਜਾਂਦਾ, ਇਹਦਾ ਜਿਹੜਾ ਮੁਖੀ ਹੁੰਦਾ ਉਹ ਹੈਨਰੀ ਲਾਰੈਂਸ ਹੁੰਦਾ ਜੀ, ਹੈਨਰੀ ਲਾਰੈਂਸ, ਠੀਕ ਹੈ। ਇਹਨਾਂ ਦੇ ਦੁਆਰਾ ਇੱਕ ਕਮਿਸ਼ਨ ਬਣਦਾ ਹੈ ਪੰਜਾਬ ਨੂੰ ਚਲਾਉਣ ਦੇ ਲਈ। ਤੇ ਤੁਹਾਨੂੰ ਪਤਾ ਵੀ ਦਲੀਪ ਸਿੰਘ ਹੈ ਜਿਹੜਾ, ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਸ ਤੋਂ ਬਾਅਦ ਉਹਦੀ ਗੱਲ ਕਰਦੇ ਪਏ ਆ। ਦਲੀਪ ਸਿੰਘ ਨੂੰ 50,000 ਰੁਪਏ 50,000 ਪਾਉਂਡ ਦੀ ਪੈਨਸ਼ਨ ਲਗਾ ਕੇ ਕਿੱਥੇ ਭੇਜ ਦਿੱਤਾ ਜਾਂਦਾ? ਲੰਡਨ ਭੇਜ ਦਿੱਤਾ ਜਾਂਦਾ, ਉਹਨੂੰ ਲੰਡਨ ਭੇਜ ਦਿੱਤਾ ਜਾਂਦਾ। ਇਸ ਸੈਕੰਡ ਐਂਗਲੋ ਸਿੱਖ ਯੁੱਧ ਤੋਂ ਬਾਅਦ ਸਾਰੀਆਂ ਘਟਨਾਵਾਂ ਹੋ ਰਹੀਆਂ, ਠੀਕ ਹੈ। ਕੋਹੀਨੂਰ ਹੀਰਾ ਹੁੰਦਾ ਜਿਹੜਾ ਸਿੱਖ ਸੰਪਤੀ ਹੈ ਜਿਹੜੀ, ਉਹ ਅੰਗਰੇਜ਼ਾਂ ਦੇ ਹੱਥ ਲੱਗ ਜਾਂਦੀ ਹੈ। ਕੋਹੀਨੂਰ ਹੀਰਾ ਇਹ ਅੰਗਰੇਜ਼ਾਂ ਦੇ ਹੱਥ ਲੱਗ ਜਾਂਦਾ। ਮਹਾਰਾਣੀ ਜਿੰਦਾ ਇਹਦੀ ਮੌਤ ਹੁੰਦੀ ਹੈ 1863 ਦੇ ਵਿੱਚ, ਜੇ ਕਿਤੇ ਪੁੱਛ ਲਿਆ ਜਾਵੇ ਇਹ ਦੇਖ ਲਓ, ਠੀਕ ਹੈ। 1863 ਦੇ ਵਿੱਚ ਇਹਦੀ ਮੌਤ ਹੋਈ ਸੀ ਮਹਾਰਾਣੀ ਜਿੰਦਾ ਦੀ, 1863 ਦੇ ਵਿੱਚ। ਤੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋਈ ਜੀ ਪੈਰਿਸ ਵਿੱਚ, ਇਹ ਹੁੰਦੀ ਹੈ 22 ਅਕਤੂਬਰ 1893 ਈਸਵੀ ਦੇ ਵਿੱਚ। ਇਹ ਵੀ ਇੰਪੋਰਟੈਂਟ ਰਹੇਗਾ ਜੀ ਤੁਹਾਡੇ ਲਈ, ਠੀਕ ਹੈ। ਇਹ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ ਸੀ ਉਹਦੇ ਵਿੱਚ ਕਈ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਆਪਾਂ ਨੂੰ। ਤੇ ਜੇ ਅੰਤਿਮ ਰਾਜਾ ਤੁਹਾਨੂੰ ਪੁੱਛਿਆ ਜਾਊਗਾ ਨਾ ਪੰਜਾਬ ਦਾ ਕਿਹੜਾ ਸੀਗਾ ਆਖਰੀ ਰਾਜਾ ਜਾਂ ਅੰਤਿਮ, ਤਾਂ ਮਹਾਰਾਜਾ ਦਲੀਪ ਸਿੰਘ ਸੀ। ਅੰਤਿਮ ਰਾਜਾ ਸੀਗਾ ਮਹਾਰਾਜਾ ਦਲੀਪ ਸਿੰਘ, ਠੀਕ ਹੈ। ਇਹ ਵਾਰੀ ਮਹਾਰਾਣੀ ਜਿੰਦਾ ਦਾ ਵੀ ਪੁੱਛ ਲੈਂਦੇ ਕੀ ਹੈ। ਹੁਣ ਇਸ ਤੋਂ ਬਾਅਦ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੋਰ ਕੀ ਹੋਈ ਸੀ ਉਹ ਦੱਸਦੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਉੱਪਰ ਵੱਲੋਂ ਕਬਜ਼ਾ ਕੀਤਾ ਜਾਂਦਾ ਅੰਗਰੇਜ਼ਾਂ ਦੁਆਰਾ 29 ਮਾਰਚ 1849। ਜਿਹੜਾ ਪੰਜਾਬ ਹੈ ਉਹਨੂੰ ਅੰਗਰੇਜ਼ ਆਪਣੇ ਅਧੀਨ ਕਰ ਲੈਂਦੇ, ਠੀਕ ਹੈ ਜੀ। 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਬਣਾ ਲਿਆ ਜਾਂਦਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰੀ ਆਇਆ ਪੇਪਰਾਂ ਦੇ ਵਿੱਚ, ਸਾਮਰਾਜ ਵਿੱਚ ਬੁਲਾਇਆ ਜਾਂਦਾ। ਤੇ ਇਹ ਸਾਰਾ ਕੰਮ ਹੁੰਦਾ ਕਿਹਦੇ ਸਮੇਂ ਜੀ? ਇਹ ਕੰਮ ਹੁੰਦਾ ਜੀ ਲਾਰਡ ਡਲਹੌਜ਼ੀ ਦੇ ਸਮੇਂ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਜੀ ਇਹ ਕੁਐਸਚਨ, ਠੀਕ ਹੈ। ਬੱਚੇ ਨੇ ਪਹਿਲਾਂ ਵੀ ਜਦੋਂ ਪ੍ਰੈਪਰੇਸ਼ਨ ਕੀਤੀ ਹੈ ਤੇ ਇਹ ਕੁਐਸਚਨ ਮਿਲਦਾ ਉਹਨਾਂ ਨੂੰ। ਲਾਰਡ ਡਲਹੌਜ਼ੀ ਦੁਆਰਾ ਮਤਲਬ ਇਹਨੂੰ ਕਰ ਲਿਆ ਜਾਂਦਾ, ਠੀਕ ਹੈ ਜੀ। ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਕਦੋਂ ਬਣਾਇਆ ਗਿਆ? 29 ਮਾਰਚ 1849, ਠੀਕ ਹੈ। ਇਹ ਸਾਰਾ ਇਸ ਸਮੇਂ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ। ਇਹ ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ, ਠੀਕ ਹੈ। ਉਹ ਤੁਹਾਨੂੰ ਦੱਸ ਹੀ ਦਿੱਤਾ। ਦਲੀਪ ਸਿੰਘ ਦੀ ਮੌਤ ਕਦੋਂ ਹੁੰਦੀ ਹੈ ਇਹ ਵੀ ਕੁਐਸਚਨ ਇੰਪੋਰਟੈਂਟ ਹੋਊਗਾ ਤੁਹਾਡੇ ਲਈ। 22 ਅਕਤੂਬਰ 1893। ਓਕੇ, ਕਲੀਅਰ ਹੈ ਜੀ ਸਾਰਿਆਂ ਨੂੰ, ਠੀਕ ਹੈ।